Hello, dear students. You're welcome in today's session. Let us have a glance at some important short questions from the examination point of view. हाँ जी प्यारे सिक्ख्यार्थी अध्यापकों, कुछ को टॉपिक आप डिस्कस करते हैं पेपरां नूं ध्यान विच रखते हुए। फर्स्ट क्वेश्चन है, आ सोसाइटी विद मैनी लैंग्वेजेस इज़ नोन एज। ਜਿਹੜੀ ਸੁਸਾਇਟੀ ਦੇ ਵਿੱਚ ਜ਼ਿਆਦਾ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ ਜਾਂ ਵਰਤੋਂ ਵਿੱਚ ਲਿਆਂਦੀਆਂ ਜਾਂਦੀਆਂ ਹੋਣ, ਉਸ ਸੁਸਾਇਟੀ ਨੂੰ ਕੀ ਕਹਿੰਦੇ ਨੇ? ਦਿਸ ਟਾਈਪ ਆਫ ਸੁਸਾਇਟੀ ਇਜ਼ ਨੋਨ ਐਜ਼ ਮਲਟੀਲਿੰਗੁਅਲ ਸੁਸਾਇਟੀ। ਹਾਂਜੀ ਪਿਆਰੇ ਵਿਦਿਆਰਥੀਓ, ਤੁਹਾਨੂੰ ਪਤਾ ਹੈ ਇਸ ਬਾਰੇ ਕਿ ਜਿਹੜੀ ਥਾਂ 'ਤੇ ਜ਼ਿਆਦਾ, ਵੈਸੇ ਵੀ ਕੋਈ ਵੀ ਚੀਜ਼ ਜਦੋਂ ਜ਼ਿਆਦਾ ਆਪਾਂ ਕਹਿ ਦਈਏ ਇੱਕ ਤੋਂ ਵੱਧ ਤਾਂ ਮਲਟੀ ਸ਼ਬਦ ਆ ਜਾਂਦਾ ਹੈ। ਤਾਂ ਇੱਥੇ ਵੀ ਆ ਸੁਸਾਇਟੀ ਵੇਅਰ ਮੈਨੀ ਲੈਂਗੁਏਜਸ ਆਰ ਯੂਜ਼ਡ ਇਜ਼ ਨੋਨ ਐਜ਼ ਮਲਟੀਲਿੰਗੁਅਲ ਸੁਸਾਇਟੀ। ਕੀ ਮੀਨਸ ਇਹਦਾ ਕਿ ਉੱਥੋਂ ਦੇ ਲੋਕ, ਉੱਥੋਂ ਦਾ ਕੋਈ ਵੀ ਗਰੁੱਪ ਹੈ ਜਿਹੜਾ ਉਹ ਇੱਕ ਤੋਂ ਜ਼ਿਆਦਾ ਭਾਸ਼ਾ ਵਰਤਦਾ ਹੈ। ਕਿਸ ਲਈ? ਕਮਿਊਨੀਕੇਸ਼ਨ ਪਰਪਜ਼ਸ ਲਈ। ਕਮਿਊਨੀਕੇਸ਼ਨ ਕੀ ਹੁੰਦਾ? ਆਪਣੇ ਵਿਚਾਰਾਂ ਦਾ ਆਦਾਨ ਪ੍ਰਦਾਨ, ਇੱਕ ਥਾਂ ਤੋਂ ਦੂਸਰੀ ਥਾਂ 'ਤੇ ਪਹੁੰਚਾਉਣਾ, ਇੱਕ ਵਿਅਕਤੀ ਤੋਂ ਦੂਸਰੇ ਵਿਅਕਤੀ ਤੱਕ ਪਹੁੰਚਾਉਣਾ, ਗੱਲਬਾਤ ਕਰਨਾ। ਤਾਂ ਜਦੋਂ ਅਸੀਂ ਇੱਕ ਤੋਂ ਵੱਧ ਭਾਸ਼ਾਵਾਂ ਦਾ ਪ੍ਰਯੋਗ ਕਰਦੇ ਹਾਂ ਤਾਂ ਉਸ ਸੁਸਾਇਟੀ ਨੂੰ ਕੀ ਕਿਹਾ ਜਾਂਦਾ ਹੈ? ਮਲਟੀਲਿੰਗੁਅਲ ਸੁਸਾਇਟੀ। ਇਹ ਸ਼ਾਰਟ ਕੁਐਸਚਨ ਹੈ। ਇਸ ਨੂੰ ਆਪਾਂ ਅਗਰ ਥੋੜ੍ਹਾ ਵੱਡਾ ਕਰਨਾ ਹੋਵੇ ਤਾਂ ਡਿਵੈਲਪ ਕਰ ਸਕਦੇ ਹਾਂ ਕਿ ਮਲਟੀਲਿੰਗੁਅਲ ਜਿਹੜਾ ਪਰਸਨ ਹੈ ਜਿਸ ਨੂੰ ਵੱਧ ਭਾਸ਼ਾਵਾਂ ਆਉਂਦੀਆਂ, ਜਿਵੇਂ ਮੰਨ ਲਓ ਆਪਾਂ ਤੁਸੀਂ ਸਟੂਡੈਂਟਸ ਹੋ ਜਾਂ ਟੀਚਰਸ ਨੇ, ਉਹਨਾਂ ਨੂੰ ਪੰਜਾਬੀ, ਹਿੰਦੀ, ਇੰਗਲਿਸ਼ ਲਗਭਗ ਤਿੰਨੋਂ ਭਾਸ਼ਾਵਾਂ ਆਉਂਦੀਆਂ ਹੁੰਦੀਆਂ ਨੇ, ਤਾਂ ਉਹ ਪਰਸਨ ਵੀ ਮਲਟੀਲਿੰਗੁਅਲ ਹੈ। ਸਮਝ ਗਏ ਬੇਟਾ? ਜਦੋਂ ਅਸੀਂ ਉਸ ਭਾਸ਼ਾ ਵਿੱਚ ਗੱਲ ਕਰ ਸਕਦੇ ਹੋਈਏ, ਉਸ ਭਾਸ਼ਾ ਦੀ ਸਾਨੂੰ ਇੰਨੀ ਕੁ ਨੌਲੇਜ ਹੋਵੇ ਤਾਂ ਉਹ ਭਾਸ਼ਾ ਦੇ ਅਸੀਂ ਗਿਆਤਾ ਮੰਨੇ ਜਾਂਦੇ ਹਾਂ। ਮਤਲਬ ਉਸ ਭਾਸ਼ਾ ਦਾ ਗਿਆਨ ਸਾਨੂੰ ਹੈਗਾ, ਭਾਵੇਂ ਕਿ ਉਹਦੇ ਵਿੱਚ ਅਸੀਂ ਪਰਫੈਕਟ ਨਹੀਂ ਹਾਂ, ਪਰ ਅਸੀਂ ਉਸ ਭਾਸ਼ਾ ਦਾ ਪ੍ਰਯੋਗ ਕਰ ਸਕਦੇ ਹਾਂ ਆਪਣੇ ਵਿਚਾਰਾਂ ਨੂੰ ਪਹੁੰਚਾਉਣ ਲਈ। ਸਾਨੂੰ ਭਾਸ਼ਾ ਦੀ ਜ਼ਿਆਦਾ ਜ਼ਰੂਰਤ ਓਨੀ ਕੁ ਹੁੰਦੀ ਹੈ ਕਿ ਅਸੀਂ ਆਪਣੇ ਵਿਚਾਰਾਂ ਨੂੰ ਦੂਸਰਿਆਂ ਤੱਕ ਪਹੁੰਚਾ ਸਕੀਏ, ਇਸ ਲਈ ਉਸ ਨੂੰ ਮਲਟੀਲਿੰਗੁਅਲ ਕਿਹਾ ਜਾਂਦਾ ਹੈ। ਚਲਦੇ ਹਾਂ ਨੈਕਸਟ ਕੁਐਸਚਨ 'ਤੇ ਆਪਾਂ। ਸੈਕਿੰਡ ਜਿਹੜਾ ਹੈਗਾ, ਡਿਫਰੈਂਸ ਬਿਟਵੀਨ ਅਪਰੋਚ ਐਂਡ ਮੈਥਡ। ਹਾਂਜੀ ਬੇਟਾ, ਕਈ ਵਾਰ ਨਾ ਆਪਾਂ ਨੂੰ ਇਹ ਨਹੀਂ ਪਤਾ ਹੁੰਦਾ, ਆਪਾਂ ਅਪਰੋਚ ਅਤੇ ਮੈਥਡ ਨੂੰ ਸੇਮ ਹੀ ਲੈ ਲੈਂਦੇ ਹਾਂ ਕਿ ਇੱਕੋ ਹੀ ਗੱਲ ਹੈ, ਅਪਰੋਚ ਐਂਡ ਮੈਥਡ। ਦੇਖੋ ਧਿਆਨ ਨਾਲ, ਥੋੜ੍ਹਾ ਸਲਾਈਟ ਜਿਹਾ ਆਪਾਂ ਨੂੰ ਡਿਫਰੈਂਸ ਲੱਗਦਾ, ਪਰ ਹੈ ਬਹੁਤ ਜ਼ਿਆਦਾ, ਦੇਖਣ ਵਿੱਚ ਬਹੁਤ ਲਾਈਟ ਲੱਗਦਾ। ਤਾਂ ਅਪਰੋਚ ਕੀ ਹੈ? ਇਜ਼ ਅ ਵੇ ਆਫ ਲੁਕਿੰਗ ਐਟ ਸਮਥਿੰਗ। ਕਿਸੇ ਚੀਜ਼ ਵੱਲ ਵੇਖਣਾ, ਸੋਚਣਾ, ਟੂ ਕਮ ਨੀਅਰ, ਉਸ ਦਾ ਮਤਲਬ ਆਪਣਾ ਪੁਆਇੰਟ ਆਫ ਵਿਊ। ਆਪਣਾ ਪੁਆਇੰਟ ਆਫ ਵਿਊ ਕੀ ਹੈ? ਅਪਰੋਚ ਉਹ ਹੈ, ਸਾਡੀ ਫਿਲੋਸਫੀ ਕੀ ਹੈ ਕਿਸੇ ਵੀ ਚੀਜ਼ ਬਾਰੇ, ਕਿਸੇ ਵੀ ਟੋਪਿਕ ਬਾਰੇ ਅਸੀਂ ਕਿਵੇਂ ਸੋਚਦੇ ਹਾਂ। ਦਿਸ ਇਜ਼ ਅਪਰੋਚ। ਐਂਡ ਦੈਨ ਵਟ ਇਜ਼ ਮੈਥਡ? ਮੈਥਡ ਆਫ ਡੂਇੰਗ ਸਮਥਿੰਗ, ਐਗਜ਼ੀਕਿਊਟਿੰਗ ਦਾ ਪਲਾਨ, ਲਾਗੂ ਕਰਨਾ। ਮੈਥਡ ਕੀ ਹੈ? ਕਿ ਉਸ ਚੀਜ਼ ਨੂੰ ਅਸੀਂ ਐਗਜ਼ੀਕਿਊਟ ਕਿਵੇਂ ਕਰਦੇ ਹਾਂ, ਪ੍ਰੈਜ਼ੈਂਟ ਕਿਵੇਂ ਕਰਦੇ ਹਾਂ। ਜਿਵੇਂ ਮੈਥਡ ਇਜ਼ ਅ ਵੇ ਆਫ ਡੂਇੰਗ ਸਮਥਿੰਗ, ਇਟ ਇਜ਼ ਅ ਵੇ ਆਫ ਪ੍ਰੈਜ਼ੈਂਟਿੰਗ ਦਾ ਮਟੀਰੀਅਲ ਟੂ ਦਾ ਸਟੂਡੈਂਟਸ। ਅਸੀਂ ਆਪਣੀ ਜੋ ਪੜ੍ਹਾਉਣਾ ਚਾਹੁੰਦੇ ਹਾਂ ਉਹ ਵਿਦਿਆਰਥੀਆਂ ਤੱਕ ਕਿਵੇਂ ਪਹੁੰਚਾ ਰਹੇ ਹੋ, ਮੈਥਡ ਹੈ। ਉਸ ਚੀਜ਼ ਬਾਰੇ ਆਪਾਂ ਕਿਵੇਂ ਸੋਚਦੇ ਹਾਂ, ਉਹ ਅਪਰੋਚ। ਸਾਡੀ ਕਿਸ ਤਰ੍ਹਾਂ ਦੀ ਅਪਰੋਚ ਹੈ, ਮਤਲਬ ਕਿ ਮੰਨ ਕੇ ਅਸੀਂ ਚੱਲਦੇ ਹਾਂ ਕਿ ਇਸ ਨੂੰ ਅਸੀਂ ਕੀ ਕਰਾਉਣਾ ਹੈ ਅਤੇ ਕਰਾਉਣਾ ਕਿਸ ਢੰਗ ਨਾਲ, ਉਹ ਮੈਥਡ ਹੈ। ਦਿਸ ਇਜ਼ ਦ ਡਿਫਰੈਂਸ ਬਿਟਵੀਨ ਅਪਰੋਚ ਐਂਡ ਮੈਥਡ। ਤਾਂ ਨੈਕਸਟ ਕੁਐਸਚਨ ਹੈ ਜਿਹੜਾ ਸਾਡਾ, ਉਹ ਲੈਂਗੁਏਜ ਲਰਨਿੰਗ ਅਪਰੋਚ ਅਡਾਪਟਡ ਬਾਏ B.F. ਸਕਿਨਰ। ਆਪਾਂ ਅਪਰੋਚਸ ਕਰਦੇ ਹਾਂ ਬੇਟਾ ਲੈਂਗੁਏਜ ਨੂੰ ਲਰਨ, ਜਿਵੇਂ ਕੰਸਟਰਕਟਿਵ, ਬਿਹੇਵੀਅਰਿਸਟਿਕ, ਕਮਿਊਨੀਕੇਟਿਵ, ਇਸ ਤਰ੍ਹਾਂ ਦੀ ਅਪਰੋਚਸ ਕਰਦੇ ਹਾਂ ਨਾ ਆਪਾਂ। ਡਿਫਰੈਂਟ ਅਪਰੋਚਸ ਅਡਾਪਟਡ ਬਾਈ ਅਸ ਟੂ ਲਰਨ ਐਂਡ ਟੀਚ ਇੰਗਲਿਸ਼ ਲੈਂਗੁਏਜ। ਤਾਂ B.F. ਸਕਿਨਰ ਕਿਹੜੀ ਅਪਰੋਚ 'ਤੇ ਜ਼ੋਰ ਦਿੰਦਾ ਸੀ? B.F. ਸਕਿਨਰ ਜਿਹੜਾ ਸੀ ਉਹ ਬਿਹੇਵੀਅਰਿਸਟਿਕ ਅਪਰੋਚ 'ਤੇ ਜ਼ੋਰ ਦਿੰਦਾ ਸੀ। ਉਹ ਕੀ ਕਹਿੰਦਾ ਸੀ? ਲੈਂਗੁਏਜ ਕੈਨ ਬੀ ਲਰਨਡ ਥਰੂ ਹੈਬਿਟ ਫਾਰਮੇਸ਼ਨ, ਕਿ ਆਦਤ ਬਣਾ ਦਿੱਤੀ ਜਾਵੇ। ਬਿਲਕੁਲ ਸਹੀ ਹੈ ਬੇਟਾ। ਜੇ ਆਪਾਂ ਡੇਲੀ ਕੋਈ ਚੀਜ਼ ਯੂਜ਼ 'ਚ ਲਿਆਉਂਦੇ ਹਾਂ, ਮੰਨ ਲਓ ਅਸੀਂ ਇੰਗਲਿਸ਼ ਸਿੱਖਣਾ ਚਾਹੁੰਦੇ ਹਾਂ, ਡੇਲੀ ਕੁਛ ਵਾਕ ਬੋਲਦੇ ਰਹਿੰਦੇ ਹਾਂ, ਤਾਂ ਸਾਨੂੰ ਇੰਗਲਿਸ਼ ਲੈਂਗੁਏਜ ਬਾਰੇ ਕਾਫੀ ਹੱਦ ਤੱਕ ਪਤਾ ਚੱਲ ਜਾਂਦਾ ਹੈ, ਬੋਲਣੀ ਆ ਜਾਂਦੀ ਹੈ, ਸੁਣਨੀ ਆ ਜਾਂਦੀ ਹੈ। ਤਾਂ ਸਕਿਨਰ ਨਾਲ ਇਹ ਵੀ ਕਹਿੰਦਾ ਸੀ ਕਿ ਸਟੈਪ ਬਾਈ ਸਟੈਪ ਰੀਇਨਫੋਰਸਮੈਂਟ ਸਟਰੈਂਥਨਿੰਗ ਕਰਨਾ, ਇੱਕ ਸਟੈਪ ਤੋਂ ਬਾਅਦ ਦੂਸਰੇ ਸਟੈਪ 'ਤੇ ਪ੍ਰਾਈਜ਼ ਰਾਹੀਂ, ਰਿਵਾਰਡ ਰਾਹੀਂ, ਮਤਲਬ ਪ੍ਰਸ਼ੰਸਾ ਕਰਨੀ ਕਿ ਹਾਂ ਵਧੀਆ ਹੋ ਗਿਆ। ਜਿਵੇਂ ਆਪਾਂ ਬੱਚਿਆਂ ਨੂੰ ਸਿਖਾਉਂਦੇ ਹਾਂ ਕਿ ਇਹ ਸ਼ਬਦ, ਉਹਨੂੰ ਇੱਕ ਸ਼ਬਦ ਆਉਣ ਲੱਗਿਆ, ਠੀਕ ਹੋ ਗਿਆ, ਹੁਣ ਦੂਸਰਾ, ਫਿਰ ਤੀਸਰਾ।
तो इस नाल की हुंदा लर्नर का इंटरस्ट भी बढ़ता है और कैपेसिटी भी बढ़ती है। दोनों चीज़ां, एक तो ध्यान नाल सीखेगा, दूसरा उहदी सीखण दी समर्था जिहड़ी है वो बढ़ जाती है। तो किहड़ी अप्रोच BF स्किनर जिहड़ा सी किस नूं मनदा सी, वो बिहेवियरिस्टिक अप्रोच। ये असीं बिहेवियरिस्टिक अप्रोच से भी शॉर्ट नोट लिख सकते हैं और सानूं ये भी पता लग गया कि इस अप्रोच नूं कौन जोर दिंदा सी, BF स्किनर। नैक्सट तुहाडे लई शॉर्ट नोट लिया मैं, हू डिवेलप्ड टोटल फिजिकल रिस्पॉन्स। किसने TPR टोटल फिजिकल रिस्पॉन्स टर्म नूं डिवेलप किया। ये जिहड़ा लैंग्वेज टीचिंग मैथड है बेटा, अभी इस टर्म नूं डिवेलप किया जेम्स एशर इहदा नाम है। की कहंदे TPR का मीनिंग की हुंदा? सिंपल जी गल बेटा, अपनी गल नूं इशारियां दा नाल ही बॉडी मूवमेंट का प्रयोग करके दूसरे नूं कहना ते दूसरा भी बॉडी मूवमेंट्स का प्रयोग करके सानूं जवाब देवे। इहदे नाल सानूं जल्दी जिहड़ा सीखण सिखाउण दी प्रक्रिया जिहड़ी हो जाती है। आ टीचर गिव कमांड्स टू द स्टूडेंट्स विद बॉडी मूवमेंट्स इन द टारगेट लैंग्वेज। टारगेट लैंग्वेज साडी किहड़ी है? इंग्लिश है, कोई होर भी हो सकती है पर इत्थे आपां इंग्लिश लैंदे आ। एंड द स्टूडेंट्स रिस्पॉन्ड विद होल बॉडी एक्शनस, वो भी बॉडी एक्शन नाल रिस्पॉन्ड करते हैं। इसनूं कहा जाता है टोटल फिजिकल रिस्पॉन्स। इसनूं बाकी मैथड्स दे नाल पेयर करके नाल जोड़ के यूज़ किया जाता है ताकि बच्चे एक्टिव भी रहन और सीख भी जान। तो TPR टर्म जिहड़ी है कौन लैके आया? जेम्स एशर। तो उसने की किया कि जे बच्चों ने इनवॉल्व आप करना चाहते हैं फिजिकली मूवमेंट्स के नाल, खुद भी टीचर वो यूज़ करे और बच्चे भी रिस्पॉन्ड उस दे नाल करेंगे। नेक्स्ट क्वेश्चन है इंग्लिश एज अ मीडियम ऑफ इंस्ट्रक्शन। मीडियम ऑफ इंस्ट्रक्शन, मीडियम ऑफ इंस्ट्रक्शन की होंगे बेटा? तुहाडी जिहड़ी पढ़ाई है वो किहड़े मीडियम च होनी चाहिए है? कि इंग्लिश उसका मीडियम होना चाहिए जिमें कॉन्वेंट स्कूल्स ने, इंग्लिश मीडियम स्कूल्स ने, कि पंजाबी या हिंदी होनी चाहिए है? तो ये एक कंट्रोवर्सी का विषय में लिखा भी, इट इज़ अ टॉपिक ऑफ कंट्रोवर्सी। ये बड़ा मतलब दुविधा का विषय है कि दोनों चीज़ां हो सकती हैं, इंग्लिश भी हो सकती है और रीजनल लैंग्वेज हो सकती है, पर फर्क की पऊगा? देखो ਵੱਖ-ਵੱਖ समय के ਵੱਖ-ਵੱਖ कमीशनस आए जिन्होंने अपनी अपनी सजेशन दित्तियां। इत्थे आप सारी कमीशनस नूं कोट तो नहीं कर सकते, पर आप शॉर्ट दे विच लैंदे आ कि टू टीच इंग्लिश एज अ लैंग्वेज बट नॉट एज अ मीडियम ऑफ इंस्ट्रक्शन। जिहड़े ਵੱਖ-ਵੱਖ कमीशनस की जिहड़ी राय है वो तो की निकलता कि इंग्लिश नूं लैंग्वेज के तौर पर पढ़ाया जाए पर मीडियम ऑफ इंस्ट्रक्शन ना रखा जाए। ये एक दो मीडियम कमीशनस का मैं तुहानूं दिता भी है नीचे वेरवा, जिवें कोठारी कमीशन है। कोठारी कमीशन 1964-66 ਦੇ ਵਿੱਚ ਆਇਆ। ਇਹਨੇ ਕੀ ਕਿਹਾ ਬੇਟਾ? ਟੂ ਅਡਾਪਟ ਇੰਗਲਿਸ਼ ਐਜ਼ ਅ ਮੀਡੀਅਮ ਆਫ ਇੰਸਟਰਕਸ਼ਨ ਐਟ ਯੂਨੀਵਰਸਿਟੀ ਲੈਵਲ ਐਂਡ ਟੂ ਪਾਸ ਇੰਗਲਿਸ਼ ਕੰਪਲਸਰੀ पास इंग्लिश फॉर हैविंग अ डिग्री। डिग्री लैवल तो सिर्फ इंग्लिश नूं पास करना और यूनीवर्सिटी लैवल तो इंग्लिश जिहड़ी है मीडियम ऑफ इंस्ट्रक्शन हो सकती है। किस दी रिकमेंडेशन है? कोठारी कमीशन की, जिहड़ा कि 1964 तो 66 तक उदों आया, 1964-66 दे विच। तो नैक्सट मैं लिया NCF, ये 2005 दे विच आया, नैशनल करिकुलम फ्रेमवर्क NCF 2005 ਦੇ ਵਿੱਚ। ਇਹ ਕੀ ਕਹਿੰਦਾ ਸੀ? ਮਦਰ ਟੰਗ ਸ਼ੁੱਡ ਬੀ ਮੀਡੀਅਮ ਆਫ ਇੰਸਟਰਕਸ਼ਨ ਐਟ ਪ੍ਰਾਇਮਰੀ ਲੈਵਲ। ਉਹ ਕਹਿੰਦਾ ਪ੍ਰਾਇਮਰੀ ਲੈਵਲ 'ਤੇ ਤਾਂ ਬਿਲਕੁਲ ਹੀ ਜਿਹੜਾ ਮੀਡੀਅਮ ਆਫ ਇੰਸਟਰਕਸ਼ਨ ਹੈ ਉਹ ਮਦਰ ਟੰਗ ਹੀ ਹੋਣੀ ਚਾਹੀਦੀ ਹੈ। ਮਦਰ ਟੰਗ ਰੀਜਨਲ ਲੈਂਗੁਏਜ ਵੀ ਹੋ ਸਕਦੀ ਹੈ, ਰੀਜਨਲ ਲੈਂਗੁਏਜ ਤੋਂ ਹਟ ਕੇ ਵੀ ਹੋ ਸਕਦੀ ਹੈ, ਤਾਂ ਉਸ ਨੂੰ ਆਪਾਂ ਮਦਰ ਟੰਗ, ਜਿਵੇਂ ਪੰਜਾਬ ਦੇ ਵਿੱਚ ਆਪਣੀ ਮਦਰ ਟੰਗ ਕੀ ਹੈ? ਪੰਜਾਬੀ, ਤਾਂ ਉਹੀ ਪ੍ਰਾਇਮਰੀ ਲੈਵਲ 'ਤੇ मीडियम ऑफ इंस्ट्रक्शन होनी चाहिए। क्योंकि बच्चा प्राइमरी लैवल पर पहला सीख जे, फिर हौली हौली नाल इंग्लिश इंट्रोड्यूस करके अगे आपां लैके जाना चाहिए। उस NCF की प्रपोजल है। तो कॉमन व्यू की है सारी कमीशन का, जो आप करिए क्योंकि विषय ही कंट्रोवर्सी का है, ये एक राय नहीं बनी, पर अलग अलग रावां तो असी की चीज़ कनकलूड करते हैं, किहड़ा व्यू बनता है दैट इंग्लिश शुड बी यूज्ड एज मीडियम ऑफ इंस्ट्रक्शन ओनली एट हायर लैवल, नॉट एट प्राइमरी लैवल। तो मेन गल की है कि मीडियम ऑफ इंस्ट्रक्शन जो बनाना भी है इंग्लिश नूं तां कदों बनाया जाए? हायर लैवल ते। जिवें कोठारी कमीशन ने तो क्या यूनीवर्सिटी लैवल ते, पर कॉमन व्यू की बन रहा है कि हायर लैवल ते मीडियम ऑफ इंस्ट्रक्शन इंग्लिश हो सकता है बट नॉट एट प्राइमरी लैवल। उत्थे सिर्फ और सिर्फ मदर टंग ही मीडियम ऑफ इंस्ट्रक्शन होवे। तुहाडा की टॉपिक की बनिया कि मीडियम ऑफ इंस्ट्रक्शन इंग्लिश होना चाहिए या नहीं? प्राइमरी लैवल ते नहीं,
उस तो बाद हायर लैवल ते हो सकते हैं। घट्टो घट्ट प्राइमरी लैवल ते जिहड़ी लर्निंग है, एजुकेशन है, टीचिंग है, वो मदर टंग दे विच ही होनी चाहिए है। Thus, what can we say then? We can say that English should be used as a medium of instruction at higher level, but at the primary level, there should be mother tongue the medium of instruction. But in higher classes, we can use it. And as a language, we can teach it. समझ आ गई बेटा? कुछ को टॉपिक्स मैं तुहाडे लई लए सी, कोशिश करांगे कि होर टॉपिक्स भी आ जाण तुहाडे लई, ਤਾਂ ਕਿ ਤੁਹਾਨੂੰ ਜਿਹੜੇ ਪੇਪਰ ਜੋ ਤੁਹਾਡੇ ਚੱਲ ਰਹੇ ਨੇ ਇਹਦੇ ਲਈ ਕੁਝ ਹੈਲਪਫੁਲ ਹੋ ਜਾਣ। ਧਿਆਨ ਨਾਲ ਬੇਟਾ ਸੁਣੋ, ਵੇਖੋ, ਸ਼ਾਇਦ ਤੁਹਾਨੂੰ ਕੋਈ ਫਾਇਦਾ ਹੋਵੇ। ਠੀਕ ਹੈ ਬੇਟਾ, ਫਿਰ ਮਿਲਾਂਗੇ ਅਗਲੀ ਕਿਸੇ ਟੌਪਿਕ ਦੇ ਨਾਲ। ਥੈਂਕ ਯੂ ਬੇਟਾ।